ਜਾਂ ਅਕਾਊਂਟਿੰਗ। ਕਿਸੇ ਵੀ ਬਿਜ਼ਨਸ ਦੀ ਜਿਹੜੀ ਅਕਾਊਂਟਿੰਗ ਹੁੰਦੀ ਆ ਉਹ ਇੱਕ ਸਰਵਿਸ ਐਕਟੀਵਿਟੀ ਹੁੰਦੀ ਆ। ਸਰਵਿਸ ਐਕਟੀਵਿਟੀਜ਼ ਮੀਨਸ ਕੀ ਆ ਵੀ ਜੋ ਵੀ ਤੁਸੀਂ ਆਪਣੇ ਬਿਜ਼ਨਸ ਕੰਸਰਨ ਦੀ ਜਾਂ ਆਰਗੇਨਾਈਜੇਸ਼ਨ ਦੀ ਜੋ ਵੀ ਇਨਫੋਰਮੇਸ਼ਨ ਹੁੰਦੀ ਆ ਉਹ ਜਿਹੜਾ ਵੀ ਇੰਟਰਵਲ ਤੁਸੀਂ ਇੱਕ ਫਿਕਸ ਕੀਤਾ ਹੁੰਦਾ ਵੀ 3 ਮੰਥ ਬਾਅਦ 6 ਮੰਥ ਬਾਅਦ ਜਾਂ ਈਅਰਲੀ ਇੱਕ ਈਅਰ ਦੇ ਬਾਅਦ ਜ਼ਿਆਦਾਤਰ ਆਪਣੀ ਜਿਹੜੀ ਇਨਫੋਰਮੇਸ਼ਨ ਆ ਬਿਜ਼ਨਸ ਦੀ ਉਹ ਕਮਿਊਨੀਕੇਟ ਕੀਤੀ ਜਾਂਦੀ ਆ ਹਰ ਈਚ ਈਅਰ ਫਾਈਨੈਂਸ਼ੀਅਲ ਈਅਰ ਦੇ ਐਂਡ ਦੇ ਵਿੱਚ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿਹੜਾ ਹੁਣ ਆਪਾਂ ਗੱਲ ਕਰਦੇ ਹਾਂ ਬੇਸਿਕਲੀ ਨਿਊ ਈਅਰ ਦੀ ਤਾਂ ਉਹ 1 ਜਨਵਰੀ ਨੂੰ ਹੁੰਦਾ, ਬਟ ਐਜ਼ ਆ ਕਮਰਸ ਸਟੂਡੈਂਟ ਫਾਈਨੈਂਸ਼ੀਅਲ ਈਅਰ ਆਪਣਾ ਹੁੰਦਾ ਜਿਹੜਾ ਕਿ 1 ਅਪ੍ਰੈਲ ਤੋਂ 31 ਮਾਰਚ ਤੱਕ ਚੱਲਦਾ। ਸੋ ਜਦੋਂ 31 ਮਾਰਚ ਹੁੰਦੀ ਆ ਤਾਂ ਜਿਹੜੀ ਵੀ ਬਿਜ਼ਨਸ ਦੀ ਇਨਫੋਰਮੇਸ਼ਨ ਹੁੰਦੀ ਆ ਉਹ ਕਮਿਊਨੀਕੇਟ ਕਰਨੀ ਹੁੰਦੀ ਆ। ਉਹ ਜਿਹੜੀ ਇਨਫੋਰਮੇਸ਼ਨ ਹੁੰਦੀ ਆ ਉਹ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਥਰੂ ਹੀ ਜਿਹੜੀ ਉਹ ਇਨਫੋਰਮੇਸ਼ਨ ਆ ਅੱਗੇ ਪਬਲਿਕ ਨੂੰ ਜਾਂ ਕ੍ਰੈਡੀਟਰਸ ਨੂੰ ਕਮਿਊਨੀਕੇਟ ਕੀਤੀ ਜਾਂਦੀ ਆ। ਤਾਂ ਜਿਹੜੇ ਫਾਈਨੈਂਸ਼ੀਅਲ ਸਟੇਟਮੈਂਟਸ ਤੋਂ ਜਿਹੜੀ ਇਨਫੋਰਮੇਸ਼ਨ ਮਿਲਦੀ ਆ ਜੋ ਕੰਪਨੀ ਦੇ ਆਊਟਸਾਈਡਰ ਹੁੰਦੇ ਆ ਜੋ ਕੰਪਨੀ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਆ ਉਹਨਾਂ ਦਾ ਇੰਟਰਸਟ ਹੁੰਦਾ ਵਾ ਉਹ ਜਿਹੜੀ ਫਾਈਨੈਂਸ਼ੀਅਲ ਸਟੇਟਮੈਂਟ ਹੁੰਦੀ ਆ ਉਹਨਾਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਆ। ਜਦੋਂ ਆਪਾਂ ਗੱਲ ਕਰਦੇ ਆ ਫਾਈਨੈਂਸ਼ੀਅਲ ਸਟੇਟਮੈਂਟ ਦੀ ਜਿਹੜਾ ਫਸਟ ਸਟੈਪ ਆ ਫਾਈਨੈਂਸ਼ੀਅਲ ਸਟੇਟਮੈਂਟ ਦਾ ਉਹ ਇਹ ਨਹੀਂ ਹੈਗਾ ਵੀ ਜਿਹੜਾ ਪ੍ਰੋਸੈਸ ਆ ਜਦੋਂ ਆਪਾਂ ਫਾਈਨੈਂਸ਼ੀਅਲ ਸਟੇਟਮੈਂਟ ਤਿਆਰ ਕਰਦੇ ਆ ਨਾਲ ਹੀ ਜਿਹੜੀ ਅਕਾਊਂਟਿੰਗ ਪ੍ਰੋਸੈਸ ਸਟਾਰਟ ਹੋ ਜਾਂਦਾ। ਨਹੀਂ, ਸਭ ਤੋਂ ਪਹਿਲਾਂ ਕੀ ਆ ਵੀ ਕੋਈ ਵੀ ਅਕਾਊਂਟਿੰਗ ਪ੍ਰੋਸੀਜਰ ਕਦੋਂ ਸਟਾਰਟ ਹੁੰਦਾ ਸਭ ਤੋਂ ਪਹਿਲਾਂ ਉਹਦੀ ਇੱਕ ਪ੍ਰੋਪਰ ਜਰਨਲ ਬਣਾਈ ਜਾਂਦੀ ਆ। ਜਰਨਲ ਨੂੰ ਅੱਗੋਂ ਲੈਜਰ 'ਚ ਕਨਵਰਟ ਕੀਤਾ ਜਾਂਦਾ। ਦੈਨ ਉਸ ਤੋਂ ਬਾਅਦ ਕੀ ਤਿਆਰ ਕੀਤੀਆਂ ਜਾਂਦੀਆਂ ਨੇ ਫਾਈਨੈਂਸ਼ੀਅਲ ਸਟੇਟਮੈਂਟਸ। ਕਿਉਂਕਿ ਜਿੰਨੀਆਂ ਵੀ ਅਕਾਊਂਟਿੰਗ ਹੁੰਦੀਆਂ ਨੇ ਸਭ ਤੋਂ ਪਹਿਲਾਂ ਜਿੰਨੀਆਂ ਵੀ ਸਬਸਿਡਰੀ ਬੁੱਕਸ ਹੁੰਦੀਆਂ ਨੇ ਜਾਂ ਜਿਹੜੀਆਂ ਵੀ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਪਹਿਲਾਂ ਉਹ ਸਬਸਿਡਰੀ ਬੁੱਕ ਦੇ ਵਿੱਚ ਟ੍ਰਾਂਸਫਰ ਕੀਤੀਆਂ ਜਾਂਦੀਆਂ ਨੇ। ਦੈਨ ਉੱਥੋਂ ਹੀ ਆਪਣੀਆਂ ਜਿਹੜੀਆਂ ਉਹਨਾਂ ਨੂੰ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਪ੍ਰੋਪਰ ਸਮਰਾਈਜ਼ਡ ਕੀਤਾ ਜਾਂਦਾ। ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਹੁੰਦੀਆਂ ਨੇ ਉਹ ਜਿੰਨੇ ਵੀ ਅਕਾਊਂਟਸ ਬਣਾਏ ਜਾਂਦੇ ਨੇ ਉਹਨਾਂ ਸਾਰਿਆਂ ਦੀ ਕੀ ਹੁੰਦੀ ਆ ਇੱਕ ਸਮਰੀ ਰਿਪੋਰਟ ਹੁੰਦੀ ਆ ਜਿਹਦੇ ਵਿੱਚ ਸਾਨੂੰ ਪਤਾ ਲੱਗਦਾ ਵੀ ਇੱਕ ਟਾਈਮ ਪੀਰੀਅਡ ਦੇ ਵਿੱਚ ਇੱਕ ਟਾਈਮ ਜਿਹੜਾ ਗਿਵਨ ਦਿੱਤਾ ਗਿਆ ਲਾਈਕ 1 ਈਅਰ ਦਾ ਜਿਹੜਾ ਟਾਈਮ ਪੀਰੀਅਡ ਆ ਉਹਦੇ ਵਿੱਚ ਸਾਡੀ ਕੰਪਨੀ ਦੀ ਸਾਡੀ ਆਰਗੇਨਾਈਜੇਸ਼ਨ ਦੀ ਜਾਂ ਫਿਰ ਜਿਹੜੀ ਸਾਡੀ ਸੰਸਥਾ ਵਾ ਉਹਦੀ ਕੀ ਪੋਜੀਸ਼ਨ ਆ। ਫਾਈਨੈਂਸ਼ੀਅਲ ਜਿਹੜੀਆਂ ਸਟੇਟਮੈਂਟਸ ਹੁੰਦੀਆਂ ਨੇ ਉਹ ਕਿਸੇ ਵੀ ਬਿਜ਼ਨਸ ਕੰਸਰਨ ਦੀ ਕੀ ਪੇਸ਼ ਕਰਦੀਆਂ ਨੇ ਟਰੂ ਪਿਕਚਰ। ਟਰੂ ਪਿਕਚਰ ਮਤਲਬ ਕੀ ਆ ਵੀ ਉਹ ਕੰਪਨੀ ਪ੍ਰੋਫਿਟ ਦੇ ਵਿੱਚ ਜਾ ਰਹੀ ਆ ਜਾਂ ਲਾਸ ਦੇ ਵਿੱਚ ਜਾ ਰਹੀ ਆ ਉਹਦੇ ਬਾਰੇ ਸਾਨੂੰ ਡਿਟੇਲ ਇਨਫੋਰਮੇਸ਼ਨ ਪ੍ਰੋਵਾਈਡ ਕਰਦੀ ਆ। ਇੱਕ ਟਰੂ ਪਿਕਚਰ ਸਾਨੂੰ ਫਾਈਨੈਂਸ਼ੀਅਲ ਸਟੇਟਮੈਂਟ ਤੋਂ ਪਤਾ ਲੱਗਦੀ ਆ ਕਿਉਂਕਿ ਇਹਦੇ ਨਾਲ ਹੀ ਸਾਨੂੰ ਜਿਹੜੀ ਬਿਜ਼ਨਸ ਦੀ ਐਂਟੀਟੀ ਹੁੰਦੀ ਆ ਉਹਦੇ ਬਾਰੇ ਪੂਰੀ ਜਾਣਕਾਰੀ ਮਿਲਦੀ ਆ। ਇਜ਼ ਇਟ। ਨੈਕਸਟ ਆਪਾਂ ਗੱਲ ਕਰਦੇ ਹਾਂ ਡੈਫੀਨੇਸ਼ਨ ਆਫ ਫਾਈਨੈਂਸ਼ੀਅਲ ਸਟੇਟਮੈਂਟ। ਜੌਨ ਐਂਡ ਮਾਇਰ ਦੇ ਅਕੋਰਡਿੰਗ ਫਾਈਨੈਂਸ਼ੀਅਲ ਸਟੇਟਮੈਂਟਸ ਦੀ ਇੱਕ ਡੈਫੀਨੇਸ਼ਨ ਦਿੱਤੀ ਗਈ ਆ ਵੀ ਜਿਹੜੀਆਂ ਫਾਈਨੈਂਸ਼ੀਅਲ ਸਟੇਟਮੈਂਟ ਹੁੰਦੀਆਂ ਨੇ ਕਿਸੇ ਵੀ ਬਿਜ਼ਨਸ ਇੰਟਰਪ੍ਰਾਈਜ਼ਸ ਦੇ ਅਕਾਊਂਟਸ ਦੇ ਬਾਰੇ ਇੱਕ ਕੀ ਆ ਸਮਰੀ ਰਿਪੋਰਟ ਹੁੰਦੀ ਆ ਜਿਹਦੇ ਵਿੱਚ ਜਿਹੜੀ ਵੀ ਇਨਫੋਰਮੇਸ਼ਨ ਹੁੰਦੀ ਆ ਜਿਹਦੇ ਵਿੱਚ ਬੈਲੈਂਸ ਸ਼ੀਟ ਦੇ ਵਿੱਚ ਰਿਫਲੈਕਟ ਕੀਤੀ ਹੁੰਦੀ ਆ। ਉਹ ਇਨਫੋਰਮੇਸ਼ਨ ਬੈਲੈਂਸ ਸ਼ੀਟ ਕੀ ਹੁੰਦੀ ਆ ਤੁਸੀਂ ਆਪਣੀਆਂ ਪ੍ਰੀਵੀਅਸ ਕਲਾਸਿਸ ਦੇ ਵਿੱਚ ਵੀ ਕੀਤਾ। ਬੈਲੈਂਸ ਸ਼ੀਟ ਜਿਹਦੇ ਵਿੱਚ ਐਸੈਟਸ ਐਂਡ ਲਾਇਬਿਲਿਟੀਜ਼ ਜੋ ਕਿ ਪੂਰੀ ਦੀ ਪੂਰੀ ਜਿਹੜੀ ਰਿਪੋਰਟਸ ਹੁੰਦੀ ਆ ਉਹ ਇੱਕ ਪ੍ਰੋਪਰ ਉਹਦੇ ਅਕਾਊਂਟਸ ਬਣਾ ਕੇ ਬੈਲੈਂਸ ਸ਼ੀਟ ਬਣਾਈ ਜਾਂਦੀ ਆ। ਜੋ ਐਸੈਟਸ ਐਂਡ ਜਿਹੜੀਆਂ ਲਾਇਬਿਲਿਟੀਜ਼ ਹੁੰਦੀਆਂ ਨੇ ਉਹਦੇ ਵਿੱਚ ਉਹ ਸਟੇਟਮੈਂਟ ਸਾਰੀ ਦੀ ਸਾਰੀ ਸ਼ੋਅ ਕੀਤੀ ਜਾਂਦੀ ਆ ਇੱਕ ਸਰਟਨ ਟਾਈਮ ਪੀਰੀਅਡ ਦੀ। ਤਾਂ ਆਪਾਂ ਇਹ ਕਹਿ ਸਕਦੇ ਆ ਵੀ ਇਹ ਜਿਹੜੀ ਡੈਫੀਨੇਸ਼ਨ ਆ ਉਹ ਪੂਰਾ ਦਾ ਪੂਰਾ ਜਿਹੜਾ ਫੋਕਸ ਆ ਉਹ ਜ਼ਿਆਦਾ ਬੈਲੈਂਸ ਸ਼ੀਟ ਦੇ ਉੱਪਰ ਦੇ ਰਹੀ ਆ ਜਾਂ ਪ੍ਰੋਫਿਟ ਐਂਡ ਲਾਸ। ਕਿਉਂਕਿ ਜ਼ਿਆਦਾ ਆਪਾਂ ਪਹਿਲਾਂ ਟ੍ਰੇਡਿੰਗ ਅਕਾਊਂਟ ਤਿਆਰ ਕਰਦੇ ਆ ਪ੍ਰੋਫਿਟ ਐਂਡ ਲਾਸ ਤਿਆਰ ਕਰਦੇ ਆ ਦੈਨ ਬੈਲੈਂਸ ਸ਼ੀਟ ਬਣਾਉਂਦੇ ਆ। ਇਹੀ ਹੁੰਦਾ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ। ਤਾਂ ਪੂਰਾ ਦਾ ਪੂਰਾ ਜਿਹੜਾ ਫੋਕਸ ਹੁੰਦਾ ਵਾ ਉਹ ਟ੍ਰੇਡਿੰਗ ਪ੍ਰੋਫਿਟ ਐਂਡ ਬੈਲੈਂਸ ਸ਼ੀਟ ਤੇ ਹੁੰਦਾ। ਸੋ ਜੇ ਇਹ ਜਿਹੜਾ ਆਪਣਾ ਅਕਾਊਂਟਿੰਗ ਸਟੇਟਮੈਂਟ ਆ ਜਾਂ ਫਾਈਨੈਂਸ਼ੀਅਲ ਸਟੇਟਮੈਂਟ ਆ ਉਹ ਜਿਹੜੇ ਕੈਸ਼ ਫਲੋ ਸਟੇਟਮੈਂਟਸ ਆ ਜਾਂ ਸਰਪਲਸ ਅਕਾਊਂਟ ਦੀ ਜਿਹੜੀ ਯੂਟਿਲਾਈਜੇਸ਼ਨ ਆ ਉਹਨੂੰ ਪੂਰੀ ਤਰ੍ਹਾਂ ਇਗਨੋਰ ਕਰਦੀਆਂ ਨੇ ਫਾਈਨੈਂਸ਼ੀਅਲ ਸਟੇਟਮੈਂਟ। ਇਹ
ਹੁੰਦੀ ਆ ਫਾਈਨੈਂਸ਼ੀਅਲ ਸਟੇਟਮੈਂਟ ਦੀ ਜਾਂ ਯੂਜ਼ਰ ਆਫ ਫਾਈਨੈਂਸ਼ੀਅਲ ਸਟੇਟਮੈਂਟ ਪੁੱਛਿਆ ਜਾਂਦਾ, ਦੈਨ ਤੁਸੀਂ ਸੇਮ ਆਨਸਰ ਲਿਖਣਾ। ਸਭ ਤੋਂ ਪਹਿਲਾਂ ਇਹਦੇ ਯੂਜ਼ਰਸ ਕੌਣ ਨੇ? ਓਨਰਸ। ਓਨਰਸ ਕੌਣ ਹੁੰਦੇ ਨੇ? ਜੋ ਉਹ ਬਿਜ਼ਨਸ ਇੰਟਰਪ੍ਰਾਈਜ਼ਸ ਦੇ ਮਾਲਿਕ ਹੁੰਦੇ ਨੇ, ਉਹਨਾਂ ਦੇ ਵੀ ਫਾਈਨੈਂਸ਼ੀਅਲ ਜਿਹੜੀ ਸਟੇਟਮੈਂਟ ਆ ਉਹ ਯੂਜ਼ ਕਰਨੀ ਹੁੰਦੀ ਆ, ਉਹਨਾਂ ਦੇ ਲਈ ਵੀ ਫਾਈਨੈਂਸ਼ੀਅਲ ਸਟੇਟਮੈਂਟ ਦੀ ਇੰਪੋਰਟੈਂਸ ਹੁੰਦੀ ਆ। ਕਿਉਂ? ਕਿਉਂਕਿ ਉਹਨਾਂ ਨੇ ਆਪਣਾ ਪੂਰਾ ਦਾ ਪੂਰਾ ਜਿਹੜਾ ਫੰਡ ਹੁੰਦਾ ਉਹ ਆਪਣੀ ਬਿਜ਼ਨਸ ਆਰਗੇਨਾਈਜੇਸ਼ਨ ਤੇ ਲਗਾਇਆ ਹੁੰਦਾ। ਸੋ ਜਦੋਂ ਉਹਨਾਂ ਕੋਲ ਫਾਈਨੈਂਸ਼ੀਅਲ ਸਟੇਟਮੈਂਟ ਆਉਂਦੀਆਂ ਨੇ, ਪਹਿਲਾਂ ਹੀ ਮੀਨਿੰਗ ਦੇ ਵਿੱਚ ਇਹ ਕਿਹਾ ਸੀ ਵੀ ਫਾਈਨੈਂਸ਼ੀਅਲ ਸਟੇਟਮੈਂਟ ਬਿਜ਼ਨਸ ਦੀ ਇੱਕ ਟਰੂ ਪਿਕਚਰ ਪੇਸ਼ ਕਰਦੇ ਆ, ਤਾਂ ਉਸ ਜਿਹੜੀ ਪਿਕਚਰ ਆ ਉਸ ਤੋਂ ਸਾਨੂੰ ਪਤਾ ਲੱਗਦਾ ਵੀ ਕੰਪਨੀ ਪ੍ਰੋਫਿਟ 'ਚ ਜਾ ਰਹੀ ਆ। ਸੋ ਓਨਰਸ ਚੈੱਕ ਕਰਦੇ ਆ ਵੀ ਜਿਹੜੇ ਸਾਡੇ ਫੰਡਸ ਲੱਗੇ ਆ, ਸਾਡੀ ਮਨੀ ਇਨਵੈਸਟ ਹੋਈ ਆ ਬਿਜ਼ਨਸ ਦੇ ਵਿੱਚ, ਕਿ ਉਹਦੀ ਯੂਟਿਲਾਈਜੇਸ਼ਨ ਪ੍ਰੋਪਰ ਤਰੀਕੇ ਨਾਲ ਹੋਈ ਆ ਜਾਂ ਨਹੀਂ ਹੋਈ ਉਹਦੀ ਯੂਟਿਲਾਈਜੇਸ਼ਨ। ਸੋ ਫਾਈਨੈਂਸ਼ੀਅਲ ਸਟੇਟਮੈਂਟ ਜਦੋਂ ਅਸੀਂ ਪ੍ਰਿਪੇਅਰ ਕਰਦੇ ਆ ਤਾਂ ਜਿਹੜੇ ਓਨਰ ਹੁੰਦੇ ਆ ਉਹਨਾਂ ਦੀ ਜਿਹੜੀ ਇਸ ਤਰ੍ਹਾਂ ਦੀ ਕਰਿਓਸਿਟੀ ਹੁੰਦੀ ਆ, ਫਾਈਨੈਂਸ਼ੀਅਲ ਸਟੇਟਮੈਂਟ ਉਹਨਾਂ ਨੂੰ ਸੈਟੀਸਫਾਈਡ ਕਰਦੀ ਆ, ਉਹਨਾਂ ਦੀ ਉਹ ਕਰਿਓਸਿਟੀ ਜਿਨ੍ਹਾਂ ਤੋਂ ਪਤਾ ਲੱਗਦਾ ਵੀ ਸਾਡੇ ਜਿਹੜੇ ਫੰਡਸ ਨੇ ਉਹਨਾਂ ਦੀ ਜਿਹੜੀ ਯੂਟਿਲਾਈਜੇਸ਼ਨ ਆ ਉਹ ਪ੍ਰੋਪਰ ਹੋਈ ਆ। ਇਜ਼ ਇਟ? ਨੈਕਸਟ ਪੁਆਇੰਟ ਹੈਗਾ ਕ੍ਰੈਡੀਟਰਸ। ਕ੍ਰੈਡੀਟਰਸ ਮੀਨਸ ਜਿਨ੍ਹਾਂ ਤੋਂ ਅਸੀਂ ਪੈਸਾ ਲੈਣਾ ਫਿਊਚਰ ਦੇ ਵਿੱਚ, ਜਾਂ ਫਿਊਚਰ ਦੇ ਵਿੱਚ ਅਸੀਂ ਕੋਈ ਵੀ ਕ੍ਰੈਡਿਟ ਲੈਣ ਦੇਣ ਕਰਨਾ, ਕੋਈ ਐਕਸਚੇਂਜ ਆਫ ਗੁੱਡਸ ਕਰਨੀ ਆ, ਉਹਨਾਂ ਦਾ ਫਾਇਦਾ ਕ੍ਰੈਡੀਟਰਸ ਨੂੰ ਹੁੰਦਾ। ਕਿਉਂਕਿ ਕ੍ਰੈਡੀਟਰਸ ਵੀ ਦੇਖਦੇ ਆ ਜਦੋਂ ਹੁਣ ਕਿਸੇ ਪਰਸਨ ਤੋਂ ਆਪਾਂ ਫॉर एग्जांपल कोई भी समान परचेज करते हैं या गुड्स उधार लेते हैं, तो वो अपना चेक करते हैं ना भी ये पर्सन किदा दा वा। इस तरह बिजनेस आ, जदों बिजनेस ने भी मनी लैनी हुंदी है बैंक तो, जां जिहड़े लैंडर हुंदे उन्होंने कोई गारंटी लैनी हुंदी है, जां आपां क्रेडिट गुड्स एंड सर्विसेज परचेज करनी है क्रेडिट ते, जां जिहड़े मनी दे लैंडर्स हुंदे उन्हां तों आपां मनी लैनी आ, बोरो करनी है, उधार लैनी है, तां वो भी अपने बिजनेस दी जिहड़ियां फाइनैंशियल स्टेटमेंट्स ने वो चेक करते हैं। उन्हां तो फिर उन्होंने पता लगता भी ये बिजनेस प्रॉफिट 'च जा रहा, तो वो अपने नाल किसी भी तरह की कोई भी ट्रांजैक्शन आ जां एक्सचेंज ऑफ गुड्स आ जां बैंक आपां नूं लोन प्रोवाइड करदी आ अगर सानूं जरूरत पैंदी है लैण दी। इज इट? नैक्सट पॉइंट हैगा इन्वेस्टर्स। इन्वेस्टर्स नाम तो पता लगता जिन्हां ने अपने बिजनेस इंटरप्राइजेस दे विच मनी इन्वेस्ट करनी आ। हुण जिहड़े पर्सन दी मनी आ वो इन्वेस्टमेंट करन तो पहला जरूर सोचूगा भी की वो बिजनेस फायदे 'च जा रहा वा, की मैनूं इन्वेस्टमेंट करके प्रॉफिट भी होगा। क्योंकि हर एक पर्सन आ जिहड़ा भी पर्सन पैसा इन्वेस्ट करदा उहनूं बदले दे विच की चाहीदा हुंदा? प्रॉफिट्स। तां वो फाइनैंशियल स्टेटमेंट्स चेक करनगे भी ये बिजनेस प्रॉफिट 'च जा रहा, अगर वो प्रॉफिट दे विच जा रहा हुंदा वो कोई भी बिजनेस इंटरप्राइजेस दैन ही वो मनी इन्वेस्ट करनगे, अदरवाइज नहीं करनगे। सो इन्वेस्टर भी इहदे यूजर्स हुंदे ने फाइनैंशियल स्टेटमेंट्स दे, उन्हां लई भी इंपॉर्टेंस हुंदी है। नैक्सट पॉइंट हैगा एम्प्लॉइज। ਜਿਹੜੇ एम्प्लॉइज ਹੁੰਦੇ ਨੇ बिजनेस इंटरप्राइजेस ਦੇ, ਹੁਣ ਜਿੱਥੇ ਉਹ ਕੰਮ ਕਰ ਰਹੇ ਆ अगर ਉਹ प्रॉफिट ਦੇ ਵਿੱਚ ਜਾਊਗੀ ਤਾਂ ਹੀ ਉਹਨਾਂ ਨੂੰ ਬੈਨੀਫਿਟ ਹੋਊਗਾ। ਕਿਉਂਕਿ अगर ਜੇ ਉਹਨਾਂ ਦਾ ਬਿਜ਼ਨਸ ਫਾਇਦੇ 'ਚ ਜਾ ਰਿਹਾ ਤਾਂ ਉਹਨਾਂ ਨੂੰ ਟਾਈਮ ਟੂ ਟਾਈਮ ਸੈਲਰੀ ਵੀ ਮਿਲੂਗੀ, ਬੋਨਸ ਵੀ ਮਿਲੂਗਾ। ਤਾਂ ਆਪਣੇ ਬੋਨਸ ਦੇ ਪਰਪਸ ਦੇ ਲਈ ਵੀ ਜਿਹੜੇ EMPLOYEES ਨੇ ਉਹ ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਚੈੱਕ ਕਰਦੇ ਆ, ਯੂਜ਼ ਕਰਦੇ ਆ। EMPLOYEES ਦੇ ਲਈ ਵੀ ਫਾਈਨੈਂਸ਼ੀਅਲ ਸਟੇਟਮੈਂਟਸ ਦੀ इंपॉर्टेंस होती है। इज इट? नेक्स्ट पॉइंट हैगा रिसर्च। रिसर्च पर्सन या रिसर्च स्कॉलर्स जो रिसर्च कर रहे हैं उन्होंने भी, क्योंकि किसी फॉर्म की पोजीशन देखनी है या किसी फॉर्म के ऊपर वो रिसर्च कर रहे हैं, तो उन्होंने लिए जी फाइनैंशियल स्टेटमेंट आ एक मिरर का काम करती है। वो जो अपनी रिसर्च करते हैं तो जी भी इन्फॉर्मेशन उन्होंने फाइनैंशियल ऑपरेशंस बारे चाहिए होंगी आ, या उस पर्टिकुलर फॉर्म के बारे उन्होंने कोई इन्फॉर्मेशन चाहिए, पूरी की पूरी इन्फॉर्मेशन उन्होंने सामने इन द फॉर्म ऑफ फाइनैंशियल स्टेटमेंट ही उन्होंने प्रोवाइड करती है, वो सारी की सारी इन्फॉर्मेशन। इज इट? नेक्स्ट पॉइंट हैगा कंज्यूमर्स। कंज्यूमर्स कौन होगा?
ਕੰਜ਼ਿਊਮਰ। ਸੋ ਜਿਹੜੇ ਕੰਜ਼ਿਊਮਰ ਹੁੰਦੇ ਨੇ ਉਹ ਵੀ ਚੈੱਕ ਕਰਦੇ ਆ, ਕਿਉਂਕਿ ਜਦੋਂ ਆਪਾਂ ਹੁਣ ਗੁੱਡਸ ਬਾਏ ਕਰਨੀ ਆ, ਆਪਾਂ ਜਿਹੜੀਆਂ ਫਾਈਨੈਂਸ਼ੀਅਲ ਸਟੇਟਮੈਂਟ ਆ ਅਗਰ ਉਹ ਕੰਪਨੀ ਪ੍ਰੋਫਿਟ ਦੇ ਵਿੱਚ ਜਾਊਗੀ ਤਾਂ ਉਹ ਪ੍ਰੋਡਕਸ਼ਨ ਦੀ ਨਵੀਂ ਤੋਂ ਨਵੀਂ ਟੈਕਨੀਕ ਯੂਜ਼ ਕਰੂਗੀ। ਅਗਰ ਉਹ ਪ੍ਰੋਡਕਸ਼ਨ ਦੀ ਨਵੀਂ ਟੈਕਨੀਕ ਯੂਜ਼ ਕਰ ਰਹੇ ਆ ਦੈਨ ਜਿਹੜਾ ਉਹਨਾਂ ਦਾ ਪ੍ਰਾਈਸ ਆ, ਕਿਉਂਕਿ ਨਵੀਂ ਟੈਕਨੋਲੋਜੀ ਆ, ਕੋਈ ਵੀ ਸਮਾਨ ਪ੍ਰੋਡਿਊਸ ਕਰਨ ਤੇ ਜਿਹੜਾ ਟਾਈਮ ਆ ਉਹ ਘੱਟ ਲੱਗਦਾ ਵਾ, ਤਾਂ ਜਿਹੜੀਆਂ ਗੁੱਡਸ ਦੇ ਪ੍ਰਾਈਸ ਵੀ ਘੱਟ ਹੋਣਗੇ ਤੇ ਉਹਦਾ ਫਾਇਦਾ ਆਟੋਮੈਟਿਕਲੀ ਕਿਹਨੂੰ ਹੋਊਗਾ? ਕੰਜ਼ਿਊਮਰਸ ਨੂੰ ਹੋਊਗਾ। ਸੋ ਕੰਜ਼ਿਊਮਰਸ ਲਈ ਵੀ ਫਾਈਨੈਂਸ਼ੀਅਲ ਸਟੇਟਮੈਂਟਸ ਦੀ ਇੰਪੋਰਟੈਂਸ ਹੁੰਦੀ ਆ। ਇਜ਼ ਇਟ? ਨੈਕਸਟ ਲਾਸਟ ਪੁਆਇੰਟ ਹੈਗਾ ਮੈਨੇਜਰਸ। ਹੁਣ ਮੈਨੇਜਰਸ ਨੇ, ਕਿਉਂਕਿ ਆਪਾਂ ਗੱਲ ਕਰਦੇ ਆ ਮੈਨੇਜਮੈਂਟ ਦੀ। ਮੈਨੇਜਮੈਂਟ ਕੀ ਆ? ਇੱਕ ਆਰਟ ਆ ਜਿਹਦੇ ਵਿੱਚ ਜਿਹੜਾ ਕੰਮ ਆ ਜਾਂ ਜਿਹੜੀਆਂ ਥਿੰਗਸ ਆਪਾਂ ਕਰਾਉਣੀਆਂ ਹੁੰਦੀਆਂ ਉਹ ਦੂਸਰੇ ਤੋਂ ਕਰਾਉਣੇ ਆ, ਕਿਉਂਕਿ ਕੋਈ ਵੀ ਕੰਮ ਕਰਾਉਣਾ ਉਹ ਇੱਕ ਆਰਟ ਆ। ਸੋ ਜਿਹੜੇ ਮੈਨੇਜਰਸ ਹੁੰਦੇ ਨੇ ਉਹ ਵੀ ਚੈੱਕ ਕਰਦੇ ਰਹਿੰਦੇ ਵੀ ਉਹਨਾਂ ਦੇ ਜਿਹੜੇ ਸਬਆਰਡੀਨੇਟਸ ਨੇ ਕੰਮ ਵਧੀਆ ਕੀਤਾ ਜਾਂ ਨਹੀਂ ਕੀਤਾ, ਤਾਂ ਇਹਦੇ ਬਾਰੇ ਉਹਨਾਂ ਨੂੰ ਇਨਫੋਰਮੇਸ਼ਨ ਕਿੱਥੋਂ ਮਿਲੂਗੀ? ਫਾਈਨੈਂਸ਼ੀਅਲ ਸਟੇਟਮੈਂਟਸ ਤੋਂ। ਕਿਉਂਕਿ ਅਗਰ ਆਪਣੀ ਜਿਹੜੀ ਫਰਮ ਆ ਉਹ ਵਧੀਆ ਪ੍ਰੋਫਿਟ ਦੇ ਵਿੱਚ ਜਾਊਗੀ, ਪ੍ਰੋਫਿਟ 'ਚ ਜਾ ਰਹੀ ਆ, ਇਟ ਮੀਨਸ ਜਿਹੜਾ ਉਹਦਾ ਕੰਮ ਆ, ਜੋ ਉਹਦੇ ਬਜਟਸ ਤਿਆਰ ਕੀਤੇ ਗਏ ਨੇ ਉਸ ਅਕੋਰਡਿੰਗ ਸਾਰਾ ਕੰਮ ਹੋ ਰਿਹਾ। ਅਗਰ ਉਹ ਪ੍ਰੋਫਿਟ 'ਚ ਜਾ ਰਹੀ ਆ ਤਾਂ ਜਿਹੜੇ ਮੈਨੇਜਰਸ ਨੇ ਉਹਨਾਂ ਨੂੰ ਲੱਗਦਾ ਵੀ ਅਸੀਂ ਜਿਹੜੇ ਸਾਡੇ ਸਬਆਰਡੀਨੇਟਸ ਨੇ ਜੋ ਸਾਡੇ ਥੱਲੇ ਕੰਮ ਕਰਦੇ ਨੇ ਉਹਨਾਂ ਤੋਂ ਅਸੀਂ ਜਿਹੜਾ ਕੰਮ ਆ ਉਹ ਪਰਫੈਕਟ ਤਰੀਕੇ ਨਾਲ ਕਰਾਇਆ। ਅਗਰ ਫਾਈਨੈਂਸ਼ੀਅਲ ਸਟੇਟਮੈਂਟਸ ਉਹਨਾਂ ਨੂੰ ਦੇਖ ਕੇ ਲੱਗਦਾ ਵੀ ਜੋ ਅਸੀਂ ਚੀਜ਼ ਸੋਚੀ ਸੀ ਜਾਂ ਜਿਸ ਅਕੋਰਡਿੰਗ ਅਸੀਂ ਆਪਣੇ ਬਜਟਸ ਪ੍ਰਪੇਅਰ ਕੀਤੇ ਸੀ ਉਸ ਅਕੋਰਡਿੰਗ ਕੰਮ ਨਹੀਂ ਹੋ ਰਿਹਾ, ਤਾਂ ਫਿਊਚਰ ਦੇ ਵਿੱਚ ਉਹ ਉਸ ਨੂੰ ਠੀਕ ਕਰਨ ਦੇ ਲਈ ਜਾਂ ਆਪਣੀ ਪਰਫਾਰਮੈਂਸ ਨੂੰ ਇੰਪਰੂਵ ਕਰਨ ਦੇ ਲਈ ਸਟੈਪ ਵੀ ਚੁੱਕ ਸਕਦੇ ਆ। ਇਹ ਸਾਰਾ ਦਾ ਸਾਰਾ ਉਹਨਾਂ ਨੂੰ ਪ੍ਰੋਸੈਸ ਕਿੱਥੋਂ ਮਿਲਦਾ ਕਿ ਵੀ ਅਸੀਂ ਆਹ ਚੀਜ਼ ਚੇਂਜਸ ਕਰਨੀਆਂ ਜਾਂ ਨਹੀਂ ਕਰਨੀਆਂ, ਉਹ ਪੂਰੀ ਦੀ ਪੂਰੀ ਇਨਫੋਰਮੇਸ਼ਨ ਮਿਲਦੀ ਆ ਫਾਈਨੈਂਸ਼ੀਅਲ ਸਟੇਟਮੈਂਟਸ ਤੋਂ। ਇਜ਼ ਇਟ? ਇੱਥੋਂ ਤੱਕ ਆਪਣਾ ਅੱਜ ਦਾ ਟੌਪਿਕ ਕੰਪਲੀਟ ਹੋ ਜਾਂਦਾ। ਨੈਕਸਟ ਵੀਡੀਓ ਦੇ ਵਿੱਚ, ਨੈਕਸਟ ਲੈਕਚਰ ਦੇ ਵਿੱਚ ਅੱਗੋਂ ਆਪਾਂ ਇਹੀ ਟੌਪਿਕ ਨੂੰ ਕੰਟੀਨਿਊ ਕਰਾਂਗੇ।